This is a Red FM podcast. ਜਿਹੜੀ ਕੱਲ ਥਰੋਨ ਸਪੀਚ ਹੋਈ ਹੈ ਉਸ ਦੀ ਗੱਲਬਾਤ ਹੋਏਗੀ। ਉਸ ਦੇ ਵਿੱਚ ਉਹਦੇ ਕੀ ਨਟਸ ਐਂਡ ਬੋਲਟਸ ਨੇ। ਸਾਡੇ ਨਾਲ ਰਣਦੀਪ ਸਿੰਘ ਸਰਾਏ ਜੀ ਵੀ ਸ਼ਾਮਲ ਹੋਣਗੇ ਜਿਹੜੇ ਮੈਂਬਰ ਪਾਰਲੀਮੈਂਟ ਹਨ, ਅਤੇ ਅੱਜ ਉਸ ਦੇ ਉੱਤੇ ਵੋਟਾਂ ਪੈਣੀਆਂ ਨੇ। ਇਸ ਤੋਂ ਬਾਅਦ ਜਸਟਿਨ ਟਰੂਡੋ ਹੋਰਾਂ ਨੇ, ਪ੍ਰਾਈਮ ਮਿਨਿਸਟਰ ਨੇ, ਕੌਮ ਨੂੰ ਸੰਬੋਧਨ ਕੀਤਾ, ਲੇਕਿਨ ਉਹ ਸੰਬੋਧਨ ਕਰਨ ਦੇ ਵਿੱਚ ਕੀ ਸੀ ਉਹ ਅੱਗੇ ਚੱਲ ਕੇ ਗੱਲਬਾਤ ਕਰਦੇ ਹਾਂ। ਅਤੇ ਸਾਡੇ ਨਾਲ 8:30 ਵਜੇ ਅੱਜ ਜਿਹੜੀ ਗ੍ਰੀਨ ਪਾਰਟੀ ਦੇ ਲੀਡਰ ਨੇ ਸੋਨੀਆ ਫਰਸਟਨਿਓ, ਉਹ ਅੱਜ ਗੱਲਬਾਤ ਕਰਨਗੇ, ਦੱਸਣਗੇ ਕੱਲ੍ਹ ਜੋ ਕੁਛ ਵੀ NDP ਦੇ ਲੀਡਰ ਕਹਿ ਕੇ ਗਏ ਨੇ ਕਿ ਬਿਕਰਿੰਗ ਚੱਲਦੀ ਰਹੀ ਹੈ ਜਾਂ ਪੂਰਾ ਸਹਿਯੋਗ ਨਹੀਂ ਮਿਲ ਰਿਹਾ, ਉਹਦੇ ਬਾਰੇ ਅੱਜ ਗ੍ਰੀਨ ਪਾਰਟੀ ਦੀ ਲੀਡਰ ਦੱਸੇਗੀ। ਕਿਉਂਕਿ ਪਹਿਲਾਂ ਮਿਸਟਰ ਵਿਲਕਿੰਸਨ ਲਿਬਰਲ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਆਏ, ਉਹਨਾਂ ਨੇ ਗੱਲਬਾਤ ਕੀਤੀ, ਅਤੇ ਕੱਲ੍ਹ NDP ਪਾਰਟੀ ਨੇ ਆਪਣੀ ਗੱਲਬਾਤ ਦੱਸੀ। ਇੱਥੇ ਉਹ ਕੈਂਪੇਨ ਕਰ ਰਹੇ ਸਨ ਅਤੇ ਮਿਸਟਰ ਹੌਰਗਨ ਨੇ ਸਵਾਲਾਂ ਦੇ ਜਵਾਬ ਦਿੱਤੇ। ਉਸ ਤੋਂ ਬਾਅਦ ਅੱਜ ਗ੍ਰੀਨ ਪਾਰਟੀ ਦੀ ਲੀਡਰ ਦੱਸੇਗੀ ਕਿ ਅਸਲੀਅਤ ਕੀ ਹੈ। ਬਾਕੀ ਜਿਹੜੀ RCMP ਨੇ ਦਾੜੀਆਂ ਵਾਲੇ ਅਫਸਰਾਂ ਨੂੰ, ਜਿਨ੍ਹਾਂ ਦੀਆਂ ਲੰਬੀਆਂ ਦਾੜੀਆਂ ਨੇ, ਸਿੱਖ ਨੇ ਜਾਂ ਮੁਸਲਮਾਨ ਨੇ, ਉਹਨਾਂ ਨੂੰ ਡੈਸਕ ਡਿਊਟੀ 'ਤੇ ਲਾ ਦਿੱਤਾ, ਫਰੰਟ ਲਾਈਨ ਤੋਂ ਪੁੱਲ ਕਰ ਲਿਆ ਹੈ। ਉਸ ਦੇ ਮੁਤਲਕ ਗੱਲਬਾਤ ਹੋਏਗੀ। ਔਰ ਕੱਲ੍ਹ ਜਦੋਂ ਇੱਥੇ ਆਏ ਹੋਏ ਸਨ NDP ਦੇ ਲੀਡਰ, ਜਦੋਂ ਉਹਨਾਂ ਨੂੰ ਇੱਥੋਂ ਦੀ ਪੁਲਿਸ ਬਾਰੇ ਪੁੱਛਿਆ ਗਿਆ ਤਾਂ ਉਹ ਕਹਿੰਦੇ ਕਿ ਮੇਅਰ ਨੇ ਭਿੰਡਾਂ ਦੇ ਖੱਖਰ 'ਚ ਹੱਥ ਪਾ ਲਿਆ ਹੈ। ਕਈ ਲੋਕਾਂ ਨੇ ਇਸ ਗੱਲ 'ਤੇ ਇਤਰਾਜ਼ ਕੀਤਾ ਕਿ ਸ਼ਬਦਾਵਲੀ ਇਹ ਠੀਕ ਨਹੀਂ ਸੀ। ਪੰਜਾਬ ਦੀ ਖਬਰਸਾਰ ਅੱਜ ਲੈ ਕੇ ਸਵਰਨ ਸਿੰਘ ਟਹਿਣਾ ਜੀ ਆਉਣਗੇ। ਕਿਸਾਨਾਂ ਦੀ ਗੱਲਬਾਤ ਚੱਲੇਗੀ। ਬੱਬੂ ਮਾਨ ਨੇ ਅਤੇ ਹੋਰ ਬਹੁਤ ਸਾਰੇ ਜਿਹੜੇ ਗਾਉਣ ਵਾਲੇ ਨੇ, ਉਹਨਾਂ ਨੇ ਆਪਣਾ ਪੂਰਾ ਸਮਰਥਨ ਦੇਣਾ ਸ਼ੁਰੂ ਕਰ ਦਿੱਤਾ ਹੈ। ਬਲਦੇਵ ਸਿੰਘ ਬਾਠ ਬਸੰਤ ਮੋਟਰਸ ਤੋਂ $29,000 ਦੇ ਵਜ਼ੀਫੇ ਦੇ ਰਹੇ ਨੇ ਵਿਦਿਆਰਥੀਆਂ ਨੂੰ। ਉਸ ਦੀ 29ਵੀਂ ਵਰ੍ਹੇਗੰਢ ਬਾਰੇ ਅੱਜ ਉਹ ਵੀ ਕੁਝ ਮਿੰਟਾਂ ਲਈ ਗੱਲਬਾਤ ਕਰਨਗੇ। ਅਤੇ ਡਾਕਟਰ ਪ੍ਰਗਟ ਸਿੰਘ ਭੁਰਜੀ ਆਉਣਗੇ, H. ਪਲੋਰੀ ਬਾਰੇ ਗੱਲਬਾਤ ਕਰਨਗੇ। ਭਾਰਤੀ ਲੋਕਾਂ ਦੇ ਵਿੱਚ H. ਪਲੋਰੀ ਬਹੁਤ ਹੋ ਰਹੀ ਹੈ, ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਇਸ ਗੱਲ ਦਾ। ਅਤੇ ਅੱਜ 10:05 'ਤੇ ਓਪਨ ਲਾਈਨ ਹੋਏਗੀ। ਸਰੀ ਦੇ ਲੋਕਾਂ ਦੇ ਹੱਥ 'ਚ ਫੈਸਲਾ ਅਗਲੀ ਇਲੈਕਸ਼ਨ ਦਾ, ਕਿਸ ਤਰੀਕੇ ਨਾਲ ਸਰੀ ਦੇ ਲੋਕਾਂ ਦੇ ਹੱਥ 'ਚ ਹੈ, ਅਤੇ ਪਿਛਲੀ ਇਲੈਕਸ਼ਨ 'ਚ ਕੀ ਹੋਇਆ ਸੀ। ਸਰੀ ਦੇ ਲੋਕੋ ਜ਼ਰੂਰ ਸੁਣਨਾ 10 ਤੋਂ 11 ਤੱਕ, ਕਿਉਂਕਿ ਤੁਹਾਡੇ ਉੱਤੇ ਕਿਸ ਤਰੀਕੇ ਨਾਲ ਸਰਕਾਰਾਂ ਦੀ ਟੇਕ ਟਿਕੀ ਹੋਈ ਹੈ। ਇਹ ਗੱਲਬਾਤ ਚੱਲੇਗੀ 10 ਤੋਂ 11 ਤੱਕ। ਇਸ ਤੋਂ ਬਿਨਾਂ ਚੋਣਵਾਂ ਗੀਤ ਸੰਗੀਤ ਹੈ ਅਤੇ ਹੋਰ ਦਿਲਚਸਪੀਆਂ ਨੇ ਪ੍ਰੋਗਰਾਮ 'ਚ। ਸਟੇ ਟਿਊਨਡ ਵਿਦ ਅਸ। ਕੱਲ੍ਹ ਜਿਹੜੀ ਥਰੋਨ ਸਪੀਚ ਸੀ, ਜਿਹਦੇ ਵਿੱਚ ਉਹ ਕਹਿੰਦੇ ਸੀ ਕਿ ਰੀਸਟਾਰਟ ਕਰਨਾ ਹੈ, ਪਾਰਲੀਮੈਂਟ ਪ੍ਰੋਰੋਗ ਕਰ ਦਿੱਤਾ ਗਿਆ ਸੀ, ਮੁਲਤਵੀ ਕਰ ਦਿੱਤਾ ਗਿਆ ਸੀ ਇੱਕ ਕਿਸਮ ਨਾਲ। ਅਤੇ ਉਸ ਤੋਂ ਬਾਅਦ ਕੀ ਥਰੋਨ ਸਪੀਚ ਦੇ ਵਿੱਚ ਉਹਨਾਂ ਨੇ ਕਿਹਾ, ਤੁਸੀਂ ਸੁਣਿਆ ਹੈ। ਪਹਿਲਾਂ ਆਪਾਂ ਲਿਬਰਲ ਪਾਰਟੀ ਦਾ ਹੀ ਵਿਚਾਰ ਲੈਂਦੇ ਹਾਂ। ਉਹਨਾਂ ਦੇ ਹੀ ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਏ ਸਾਨੂੰ ਦੱਸਣਗੇ ਕਿ ਇਸ ਦਾ ਮਕਸਦ ਕੀ ਸੀ। ਲੋਕ ਇੰਤਜ਼ਾਰ ਕਰ ਰਹੇ ਸਨ ਕਿ ਕੋਈ ਬਹੁਤ ਵੱਡੀ ਗੱਲ ਉਸ ਦੇ ਵਿੱਚ ਹੋਏਗੀ। ਕੱਲ੍ਹ ਤੁਸੀਂ ਥਰੋਨ ਸਪੀਚ ਸੁਣੀ, ਅਤੇ ਉਸ ਤੋਂ ਬਾਅਦ ਜਿਹੜਾ ਪਾਰਟੀ ਦਾ ਨਜ਼ਰੀਆ ਹੈ ਉਹ ਕੀ ਹੈ। ਸਰਾਜ ਸਾਹਿਬ ਜੀ ਆਇਆਂ ਨੂੰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਗੁੱਡ ਮਾਰਨਿੰਗ ਔਰ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਦਰਸ਼ਕਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਕੱਲ੍ਹ ਦੀ ਥਰੋਨ ਸਪੀਚ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਕੱਲ੍ਹ ਜਿਹੜੀ ਥਰੋਨ ਸਪੀਚ ਹੈ, ਇਹ ਤਾਂ ਦੇ ਰੀਸਟਾਰਟ ਜਿਹੜਾ ਤੁਸੀਂ ਕਹਿੰਦੇ ਆ, ਪਾਰਲੀਮੈਂਟ ਪ੍ਰੋਰੋਗ ਕਰਕੇ ਮੁੜ ਕੇ ਸ਼ੁਰੂ ਕੀਤਾ ਗਿਆ, ਉਹਦੇ ਵਾਸਤੇ ਥਰੋਨ ਸਪੀਚ ਬਹੁਤ ਮੈਂਡੇਟੋਰੀ ਹੁੰਦੀ ਹੈ। ਉਹ ਇਹ ਦੱਸਣ ਨੂੰ ਕੀਤਾ ਗਿਆ ਕਿ ਜੋ ਸਹੀ ਇਲੈਕਸ਼ਨ ਦੇ ਵਿੱਚ ਪਹਿਲਾਂ ਜੋ ਨੋਰਮਲ ਇਕੋਨਮੀ ਦੇ ਮੁਤਾਬਕ ਜਿਹੜੀ ਪਲਾਨ ਸੀ, ਉਹ ਪਹਿਲੀ ਥਰੋਨ ਸਪੀਚ ਸੀ। ਹੁਣ ਕਿਉਂਕਿ ਇੱਕ ਪੈਂਡੈਮਿਕ ਹੋ ਗਿਆ, ਕੈਨੇਡਾ ਨੂੰ ਰੀਸੈਟ, ਆਪਣਾ ਫੋਕਸ, ਆਪਣੇ ਗੋਲ ਸਾਰੇ ਇਸ ਪੈਂਡੈਮਿਕ ਵੱਲ ਨੂੰ ਅਟੈਂਸ਼ਨ ਦੇਣੇ ਚਾਹੀਦੇ ਆ, ਔਰ ਉਹਦੇ ਵਾਸਤੇ ਕੀਤਾ ਗਿਆ। ਸੋ ਉਹਦੇ ਵਿੱਚ 4 ਚੀਜ਼ਾਂ ਮੇਨ ਜਿਹੜੀਆਂ ਮੁੱਢ ਫਾਊਂਡੇਸ਼ਨ ਕੀਤੀਆਂ ਕਿ ਸਭ ਤੋਂ ਪਹਿਲਾਂ ਅਸੀਂ ਪੈਂਡੈਮਿਕ ਲੋਕਾਂ ਦੀਆਂ ਲਾਈਵ ਸੇਵ ਕਰਨ ਵਾਸਤੇ ਕੀ ਕੀਤਾ, ਕੀ ਕਰਨਾ ਤੇ ਕੀ ਕਰਨਾ ਚਾਹੀਦਾ। ਇਹ ਸਭ ਤੋਂ ਪਹਿਲਾਂ ਸਾਡਾ ਪ੍ਰਾਇਓਰਟੀ ਆ। ਉਸ ਤੋਂ ਨੈਕਸਟ ਹੈਗੀ ਕਿ ਜਿਹੜੇ ਲੋਕ ਔਰ ਕੰਮ ਆ ਔਰ ਬਿਜ਼ਨਸਿਸ ਹੈਗੇ ਆ, ਖਾਸ ਕਰਕੇ ਸਮਾਲ ਬਿਜ਼ਨਸ ਇਸ ਕ੍ਰਾਈਸਿਸ ਦੇ ਵਿੱਚ ਜਾ ਰਿਹਾ, ਉਹਨਾਂ ਨੂੰ ਕਿਵੇਂ ਸਪੋਰਟ ਕਰਕੇ ਇਸ ਔਖੀ ਘੜੀ ਦੇ ਵਿੱਚੋਂ ਕੱਢਣਾ ਹੈਗਾ। ਥਰਡ ਕਿ ਅਸੀਂ ਮੁੜ ਕੇ ਬਿਲਡ ਬੈਕ ਕਿੱਦਾਂ ਕੈਨੇਡਾ ਦੀ ਇਕੋਨਮੀ ਕਰਨੀ ਆ, ਉਹਦੇ ਵਾਸਤੇ ਕੀ ਅਸੀਂ ਇਨਫਰਾਸਟਰਕਚਰ ਦੇਣਾ, ਕੀ ਅਸੀਂ ਬੂਸਟ ਦੇਣਾ। ਅਤੇ ਲਾਸਟ ਕਿ ਜਿਹੜੇ ਕੈਨੇਡਾ ਦੇ ਮੁੱਢਲੇ ਅਸੂਲ ਆ, ਨਸਲਵਾਦੀ ਦੇ ਖਿਲਾਫ, ਇਨਸਾਨੀਅਤ ਦੇ, ਔਰਤਾਂ ਦੇ ਹੱਕਾਂ ਵਾਸਤੇ, ਸਾਰਿਆਂ ਦੀ ਇਨਕਲੂਜਨ ਵਾਸਤੇ, ਸਿਸਟੈਮਿਕ ਡਿਸਕ੍ਰਿਮੀਨੇਸ਼ਨ ਨੂੰ ਐਲੀਮੀਨੇਟ ਕਰਨ ਵਾਸਤੇ, ਉਹਦੇ ਵਾਸਤੇ ਅਸੀਂ ਕੈਨੇਡੀਅਨਸ ਦੇ ਨਾਲ ਖੜਨਾ ਅਤੇ ਉਹਦੇ ਵਾਸਤੇ ਕੀ ਕੀ ਅਸੀਂ ਇੰਪਲੀਮੈਂਟ ਕਰਨਾ। ਸੋ ਇਹ 4 ਪਿਲਰ ਦੇ ਨਾਲ ਅਸੀਂ ਇਹ ਥਰੋਨ ਸਪੀਚ। 4 ਪਿਲਰਸ ਦੀ ਗੱਲ ਤਾਂ ਚੱਲ ਰਹੀ ਸੀ, ਲੇਕਿਨ ਵਿਰੋਧੀ ਪਾਰਟੀਆਂ ਕਹਿ ਰਹੀਆਂ ਨੇ ਕਿ ਵੀ ਚੈਰਿਟੀ ਦੇ ਸਕੈਂਡਲ ਨੂੰ ਲੋਕ ਭੁੱਲ ਜਾਣ, ਇਸ ਲਈ ਇਹ
ਗੈਪ ਪਾ ਦਿੱਤਾ ਗਿਆ ਸੀ ਪਾਰਲੀਮੈਂਟ ਦੇ ਵਿੱਚ ਤਾਂ ਕਿ ਉਹ ਮਸਲਾ ਠੰਡਾ ਪੈ ਜਾਏ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਗੈਪ 2 ਦਿਨ ਦਾ, ਜੇ ਤੁਸੀਂ ਸਤੰਬਰ 21 ਨੂੰ ਪਾਰਲੀਮੈਂਟ ਸ਼ੁਰੂ ਹੋਣਾ ਸੀ, ਅੱਜ ਸਤੰਬਰ 23 ਨੂੰ ਹੋਇਆ, ਇੰਨਾ ਫਰਕ ਪਿਆ। ਸਿਰਫ 2 ਦਿਨ ਦਾ ਸੀ। ਐਕਚੁਅਲੀ ਪ੍ਰੋਰੋਗਿੰਗ ਜਿਹੜਾ ਕਈ ਹੁੰਦਾ ਕਿ ਤੁਸੀਂ ਡਿਲੇ ਕਰਕੇ ਪ੍ਰੋਰੋਗ ਫਾਲ ਤੱਕ ਲੈ ਜਾਣਾ, ਫਾਲ ਤੋਂ ਸਪਰਿੰਗ ਤੱਕ ਕਰ ਦੇਣਾ, ਜਿਵੇਂ ਅੱਗੇ ਹਰਪ੍ਰੀਤ ਸਾਹਿਬ ਨੇ ਕੀਤਾ, 2-3 ਵਾਰੀ ਕੀਤਾ, ਉਹਨੇ ਪ੍ਰੋਰੋਗ ਕਰਕੇ ਡਿਲੇ ਕਰ ਦਿੱਤਾ ਪਾਰਲੀਮੈਂਟ। ਇਹਦੇ ਵਿੱਚ ਤਾਂ ਸਿਰਫ 2 ਦਿਨ ਦੀ ਪ੍ਰੋਰੋਗਮੈਂਟ ਹੋਈ ਸੀਗੀ। ਸਾਹਮਣੇ ਸਤੰਬਰ 21 ਨੂੰ ਅਸੀਂ ਸ਼ੁਰੂ ਹੋਣਾ ਸੀ, ਸਤੰਬਰ 23 ਨੂੰ ਹੋਇਆ। ਇੰਨਾ ਕੁ ਫਰਕ। ਪਾਰਲੀਮੈਂਟ ਪਹਿਲਾਂ ਨਹੀਂ ਸੀ ਪ੍ਰੋਰੋਗ ਕਰ ਦਿੱਤਾ ਗਿਆ? ਜਿਹੜੇ ਸਮੇਂ ਤੋਂ ਪਾਰਲੀਮੈਂਟ ਨੇ ਬੰਦ ਹੋਣਾ ਸੀ ਉਸ ਤੋਂ ਪਹਿਲਾਂ ਨਹੀਂ ਸੀ ਪ੍ਰੋਰੋਗ ਹੋਇਆ? ਨਹੀਂ, ਪ੍ਰੋਰੋਗ ਪਾਰਲੀਮੈਂਟ ਅਗਸਤ ਦੇ ਵਿੱਚ ਪਾਰਲੀਮੈਂਟ ਨੇ ਸੈੱਟ ਨਹੀਂ ਸੀ ਕਰਨਾ। ਸੋ ਪਾਰਲੀਮੈਂਟ ਨੂੰ ਪ੍ਰੋਰੋਗ ਸਤੰਬਰ 21 ਨੂੰ ਪਾਰਲੀਮੈਂਟ ਨੇ ਰਿਜ਼ੂਮ ਕਰਨਾ ਸੀ, ਉਹ ਤੋਂ ਇੰਸਟੈਡ ਆਫ 2 ਦਿਨ ਬਾਅਦ ਰੀਸੈਟ। ਰੀਅਲੀ ਜਿਹੜਾ ਪ੍ਰੋਰੋਗ ਦਾ ਮਕਸਦ ਸੀਗਾ ਕਿ ਜਿਹੜਾ ਏਜੰਡਾ ਆ ਉਹ ਕਰਨਾ ਪਿਆ। ਜੇ ਤੁਸੀਂ ਦੁਬਾਰਾ ਪੁਰਾਣਾ ਹੀ ਤੁਸੀਂ ਕਰੀ ਜਾਓ, ਜੋ ਪ੍ਰਾਇਓਰਟੀਜ਼ ਅਸੀਂ ਥਰੋਨ ਸਪੀਚ ਪਿਛਲੀ ਕੀਤੀ, ਫਿਰ ਉਸ ਦੀ ਉਲੰਘਣਾ ਉਸ ਸਪੀਚ ਦੀ ਕਿ ਅਸੀਂ ਆਹ ਵਾਅਦੇ ਕੀਤੇ ਸੀ ਪਰ ਉਹ ਕਰ ਨਹੀਂ ਰਹੇ, ਕਿਉਂਕਿ ਹੁਣ ਸਾਰਾ ਕੁਝ ਚੇਂਜ ਹੋ ਗਿਆ। ਉਹਦੇ ਕਰਕੇ ਥਰੋਨ ਸਪੀਚ ਮੈਂਡੇਟੋਰੀ ਹੈਗੀ ਹੈ ਕਿ ਇੱਦਾਂ ਦੇ ਸ਼ਿਫਟ ਦੇ ਵਿੱਚ ਥਰੋਨ ਸਪੀਚ ਔਰ ਪਾਰਲੀਮੈਂਟ ਨੂੰ ਪ੍ਰੋਰੋਗ ਕਰਨਾ ਹੱਕ ਬਣਦਾ ਹੁੰਦਾ। NDP ਨਾਲ ਕੋਈ ਸਮਝੌਤਾ ਹੋਣ ਦੀ ਸੰਭਾਵਨਾ? ਦੇਖੋ, ਸਾਡੀ ਆਸ ਹੈਗੀ ਕਿ ਜਿਵੇਂ ਅਸੀਂ ਰਲ ਮਿਲ ਕੇ ਕੋਆਪਰੇਸ਼ਨ ਔਰ ਕੈਨੇਡਾ ਫਰਸਟ ਦੇ ਹੱਕ ਦੇ ਵਿੱਚ ਪਾਰਲੀਮੈਂਟ ਚਲਾਇਆ ਜਾਂਦਾ ਪੈਂਡੈਮਿਕ, ਇਸੇ ਤਰ੍ਹਾਂ ਜਿਹੜੇ ਵਿਰੋਧੀ ਧਿਰੇ ਖਾਸ ਕਰਕੇ NDP ਬਲਾਕ ਔਰ ਕੰਜ਼ਰਵੇਟਿਵ ਸਪੋਰਟ ਕਰਨਗੇ, ਕਿਉਂਕਿ ਇਹਦੇ ਵਿੱਚ ਕੋਈ ਪਾਰਟੀਬਾਜ਼ੀ ਨਹੀਂ ਹੈਗੀ। ਇਹ ਜਿੰਨੇ ਅਸੀਂ ਮੈਜਰ ਕੀਤੇ ਆ ਅਗੇਨ ਕੈਨੇਡੀਅਨਸ ਨੂੰ ਸਪੋਰਟ ਕਰਨ ਵਾਸਤੇ ਆ। ਔਰ ਜੇ ਤੁਸੀਂ ਉਹਨਾਂ ਦੀ ਜਿਹੜੀ ਸਪੀਚ ਸੁਣੋ ਜਾਂ ਉਹਨਾਂ ਦੇ ਬਿਆਨ ਸੁਣੋ, ਉਹਦੇ ਮੁਤਾਬਕ ਲੱਗਦਾ ਕਿ ਜਿਹੜੀ NDP ਹੈਗੀ ਆ ਉਹ ਇਸ ਨੂੰ ਸਪੋਰਟ ਕਰਨਗੀ। ਪਰ ਅਗੇਨ ਉਹਨਾਂ ਦੇ ਹੱਥ ਦੇ ਵਿੱਚ ਹੈਗਾ ਕਿ ਉਹ ਕੈਨੇਡੀਅਨਸ ਦੀ ਸਪੋਰਟ ਕਰਨਾ ਚਾਹੁੰਦੇ ਆ। ਜਿਹੜੇ ਬਿਜ਼ਨਸਿਸ ਆ ਉਹਨਾਂ ਨੂੰ ਵੇਜ ਸਬਸਿਡੀ ਅਗਲੇ ਸਾਲ ਤੱਕ ਜਾਣ ਵਾਸਤੇ, ਉਹਨਾਂ ਨੂੰ ਟ੍ਰਾਂਜੀਸ਼ਨ ਕਰਨਾ, ਅਨਐਮਪਲੋਇਮੈਂਟ ਇੰਸ਼ੋਰੈਂਸ ਈਜ਼ੀਅਰ, ਅਨਐਮਪਲੋਇਮੈਂਟ ਇੰਸ਼ੋਰੈਂਸ ਉਹਦੇ ਕੁਆਲੀਫਿਕੇਸ਼ਨ ਕਾਫੀ ਈਜ਼ੀਅਰ ਕੀਤੇ ਜਾਣਗੇ ਤਾਂ ਕਿ ਹਰ ਇੱਕ ਕੈਨੇਡੀਅਨ ਜਿਹੜਾ ਲੋੜਵੰਦ ਹੈਗਾ ਉਹਨੂੰ ਮਿਲੇ। ਜੇ ਉਹ ਚਾਹੁਣਗੇ ਤਾਂ ਉਹ ਆਸ ਹੈ ਕਿ ਉਹ ਸਪੋਰਟ ਕਰਨਗੇ, ਪਰ ਇਹ ਉਹਨਾਂ ਦੇ ਹੱਥਾਂ ਵਿੱਚ ਹੈ। ਤੇ ਯੂਨੀਵਰਸਲ ਬੈਨੀਫਿਟ ਬਾਰੇ ਕੋਈ ਗੱਲਬਾਤ ਚੱਲੀ? ਨਹੀਂ, ਦੇਖੋ, ਸਾਡਾ ਜਿਹੜਾ ਪਹਿਲਾ ਗੋਲ ਹੈਗਾ ਕਿ ਆ ਪੈਂਡੈਮਿਕ ਦੇ ਥਰੂ ਨਿਕਲਣਾ, ਉਹਦੇ ਵਿੱਚ ਇਹ ਹੈਗਾ ਕਿ ਜਿਵੇਂ ਅਸੀਂ ਅੱਗੇ 9 ਮਿਲੀਅਨ ਨੂੰ ਸਪੋਰਟ ਕੀਤਾ ਔਰ 3.5 ਮਿਲੀਅਨ ਵਰਕਰਸ ਨੂੰ ਸਪੋਰਟ ਕੀਤਾ ਔਰ ਉਹਨਾਂ ਦੇ ਬਿਜ਼ਨਸਾਂ ਦੇ ਰਾਹੀਂ, ਇਸੇ ਤਰ੍ਹਾਂ ਅਸੀਂ ਗਾਂਹ ਵੀ ਸਪੋਰਟ ਕਰਨਾ ਔਰ ਇਕੋਨਮੀ ਨੂੰ ਟ੍ਰਾਂਜੀਸ਼ਨ ਕਰਕੇ ਕਰਨਾ। ਅਸੀਂ ਕਿਸੇ ਨੂੰ ਪਿੱਛੇ ਨਹੀਂ ਰਹਿਣ ਦੇਣਾ। ਉਹ ਚੀਜ਼ ਦੇ ਨਾਲ ਸਾਡਾ ਕੈਨੇਡੀ ਗਵਰਨਮੈਂਟ ਦਾ ਫੋਕਸ ਹੈਗਾ। ਸੋ ਅਸੀਂ ਉਸ ਤਰੀਕੇ ਦੇ ਰਾਹੀਂ ਕੈਨੇਡੀਅਨਸ ਨੂੰ ਸਪੋਰਟ ਕਰ ਰਹੇ, ਚਾਹੇ ਉਹ ਡਿਸੇਬਿਲਿਟੀ ਰਾਹੀਂ ਹੋਣ, ਚਾਹੇ ਉਹ ਡਿਸੇਬਿਲਿਟੀ ਟੈਕਸ ਕ੍ਰੈਡਿਟ ਜਿਵੇਂ ਅਸੀਂ ਦਿੱਤਾ, ਜਾਂ ਅਸੀਂ ਨਵੇਂ ਬੈਨੀਫਿਟ ਕਰਨੇ ਕਿ ਸਿਕ ਲੀਵ ਪ੍ਰੋਵਿੰਸਾਂ ਨਾਲ ਵਰਕ ਕਰਕੇ ਜਿਨ੍ਹਾਂ ਨੂੰ ਕੋਈ ਵੀ ਤਕਲੀਫ ਆਵੇ ਉਹ ਹੋਵੇ, ਨਾਲ ਦੀ ਨਾਲ ਜੌਬ ਟ੍ਰੇਨਿੰਗ। ਸੋ ਸਾਡਾ ਗੋਲ ਹੈ ਕਿ ਕੈਨੇਡੀਅਨਸ ਕੰਮ ਕਰਨ, ਵਰਕ ਕਰਨ ਔਰ ਚੰਗੀ ਤਨਖਾਹ, ਚੰਗੀ ਵੇਜਸ ਅਰਨ ਕਰਨ, ਤਾਂ ਜਦੋਂ ਉਹਨਾਂ ਨੂੰ ਲੋੜ ਪਵੇ ਉਦੋਂ ਉਹਨਾਂ ਨੂੰ ਟ੍ਰਾਂਜੀਸ਼ਨ ਜਾਂ ਸਪੋਰਟ ਮਿਲੇ, ਪਰ ਇਹ ਨਹੀਂ ਕਿ ਡਿਸਇਨਸੈਂਟਿਵ ਹੋਵੇ ਕਿ ਉਹ ਕੰਮ ਨਾ ਕਰਨ। ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ। ਮਿਹਰਬਾਨੀ। ਥੈਂਕ ਯੂ ਸਾਹਿਬ, ਥੈਂਕ ਯੂ ਤੁਹਾਡੇ ਸਾਰੇ ਸਰੋਤਿਆਂ ਦਾ। ਰਣਦੀਪ ਸਿੰਘ ਸਰਾਏ ਲਿਬਰਲ ਪਾਰਟੀ ਦੇ MP ਹਨ ਜਿਹੜੇ ਇਸ ਦੇ ਮਤਲਬ ਗੱਲਬਾਤ ਕਰ ਰਹੇ ਸਨ। ਇਹ ਗੱਲ ਬਿਲਕੁਲ ਉਹਨਾਂ ਦੀ ਠੀਕ ਹੈ ਕਿ 4 ਪਿਲਰਸ ਦੀ ਗੱਲਬਾਤ ਚੱਲੀ ਸੀ ਕਿ ਥਰੋਨ ਸਪੀਚ ਦੇ ਵਿੱਚ 4 ਪਿਲਰਸ ਹੋਣਗੇ। ਪੈਂਡੈਮਿਕ ਜਿਹੜਾ ਖਾਸ ਤੌਰ 'ਤੇ ਕਈਆਂ ਲਈ ਮਾਰੂ ਹੋ ਗਿਆ, ਕਈਆਂ ਦੀ ਜਾਨ ਲੈ ਗਿਆ। ਇਹ ਕਰੋਨਾ ਵਾਇਰਸ ਕਈਆਂ ਲਈ ਡਿਜ਼ਾਸਟਰ ਸਾਬਤ ਹੋਇਆ। ਉਹ ਰੁਪਈਏ ਪੈਸੇ ਵੱਲੋਂ ਫਾਈਨੈਂਸ਼ਲੀ ਤਬਾਹ ਹੋ ਗਏ। ਕਈ ਲੋਕਾਂ ਨੇ ਇਸ 'ਚੋਂ ਬੈਨੀਫਿਟ ਵੀ ਖੱਟਿਆ ਔਰ ਕਈ ਲੋਕਾਂ ਨੇ ਸਿਆਸੀ ਲਾਭ ਵੀ ਇਸ 'ਚੋਂ ਲਿਆ ਅਤੇ ਲੈ ਰਹੇ ਹਨ। ਸੋ ਪੈਂਡੈਮਿਕ ਦੇ ਵੱਖਰੇ ਵੱਖਰੇ ਜਿਹੜੇ ਰੂਪ ਨੇ, ਜਿਹੜੇ ਵੱਖਰੇ ਵੱਖਰੇ ਤਰੀਕੇ ਨਾਲ ਵੱਖ-ਵੱਖ ਲੋਕਾਂ ਨੂੰ ਇੰਪੈਕਟ ਕਰ ਗਏ ਅਤੇ ਕਰ ਰਹੇ ਹਨ। ਇਸ ਸਿਲਸਿਲੇ ਦੇ ਵਿੱਚ ਜਿਹੜੀ ਓਨੈਸਟਲੀ ਜੇ ਆਪਾਂ ਇਸ ਨੂੰ ਡਾਈਸੈਕਟ ਕਰਕੇ ਦੇਖਦੇ ਹਾਂ, ਇਹਦੇ ਵਿੱਚ ਤਾਂ ਕੋਈ ਦੋਰਾਵਾਂ ਨਹੀਂ ਕਿ ਉਦੋਂ ਮਾਹੌਲ ਬਹੁਤ ਪੱਕ ਗਿਆ ਸੀ ਅਗਸਤ ਦੇ ਵਿੱਚ, ਅਤੇ ਉਹਨਾਂ ਨੇ ਪਾਰਲੀਮੈਂਟ ਨੂੰ ਪ੍ਰੋਰੋਗ ਕਰਕੇ ਵੀ ਚੈਰਿਟੀ ਦੇ ਉਸ ਸਕੈਂਡਲ ਤੋਂ ਖਹਿੜਾ ਛਡਾਉਣਾ ਚਾਹਿਆ ਔਰ ਉਸ ਦੇ ਨਾਲ ਉਹ ਮਸਲਾ ਠੰਡਾ ਵੀ ਹੋ ਗਿਆ। ਜਿਨ੍ਹਾਂ ਨੇ ਵੀ ਪ੍ਰਧਾਨ ਮੰਤਰੀ ਨੂੰ ਇਹ ਨਸੀਹਤ ਕੀਤੀ, ਭਾਵੇਂ ਉਹ ਜੋ ਕ੍ਰਿਸਚੀਅਨ ਸਨ ਜਾਂ ਕੋਈ ਵੀ ਵਿਅਕਤੀ ਸਨ, ਉਹ ਬਿਲਕੁਲ ਠੀਕ ਨਿਕਲੇ। ਹੁਣ ਉਸ ਵੀ ਚੈਰਿਟੀ ਦਾ ਸਕੈਂਡਲ ਜਿਹੜਾ ਉਸ ਤਰ੍ਹਾਂ ਉਹ ਗਰਦੋ ਗਬਾਰ ਸੀ ਜਿਹੜਾ ਉਹ ਮੱਠਾ ਪੈ ਗਿਆ ਹੈ, ਠੰਡਾ ਪੈ ਗਿਆ, ਸੈਟਲ ਹੋ ਗਿਆ ਹੈ। ਇਹ ਇਸ ਦਾ ਅਸਰ ਹੋਇਆ। ਅਤੇ ਦੂਸਰਾ ਜਿਹੜੀ ਥਰੋਨ ਸਪੀਚ ਸੀ, ਦਰਅਸਲ ਥਰੋਨ ਸਪੀਚ ਦੇ ਵਿੱਚ ਕੋਈ ਨਵੀਂ ਗੱਲ ਨਹੀਂ ਆਈ। ਇਹ 4 ਪਿਲਰ ਜਾਂ 8 ਪਿਲਰ ਜਾਂ ਜੋ ਵੀ ਇਹ ਪਿਲਰਸ ਨੇ, ਆਮ ਸਧਾਰਨ ਵਿਅਕਤੀ ਦੀ ਜ਼ਿੰਦਗੀ ਦੇ ਉੱਤੇ ਇਸ ਥਰੋਨ ਸਪੀਚ ਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਜਿਹੜੀ ਉਹਨੂੰ ਯਕਦਮ ਕੋਈ
ਬੂਸਟ ਦੇ ਦੇਵੇ ਜਾਂ ਕੋਈ ਹੋਰ ਇਹੋ ਜਿਹਾ ਫਾਇਦਾ ਇਸ ਦੇ ਵਿੱਚ ਹੋਵੇ। ਜੋ ਕੁਛ ਉਹ ਪਹਿਲਾਂ ਕਰ ਰਹੇ ਸਨ ਤਕਰੀਬਨ ਉਹੀ ਕੁਛ ਹੁਣ ਹੋਣ ਵਾਲਾ ਹੈ। ਇਸ ਦੇ ਵਿੱਚ ਉਹਨਾਂ ਨੇ ਉਹੀ ਗੱਲ ਦੱਸੀ ਹੈ, COVID-19 ਦੀ ਸੈਕੰਡ ਫੇਜ਼ ਦੀ ਗੱਲ ਚੱਲੀ ਹੈ। ਔਰ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਜਿਹੜੀ ਗਵਰਨਰ ਜਨਰਲ ਦੀ ਪੜ੍ਹੀ ਹੋਈ ਥਰੋਨ ਸਪੀਚ ਤੋਂ ਪਿੱਛੋਂ ਉਹਨਾਂ ਨੇ ਇੱਕ ਕੌਮ ਦੇ ਨਾਂ ਸੰਦੇਸ਼ਾ ਦਿੱਤਾ, ਜਿਸ ਦੇ ਵਿੱਚ ਫਿਰ ਉਹਦੇ ਵਿੱਚ ਕੋਈ ਨਵੀਂ ਆਦੁਪੁੱਤ ਇਹੋ ਜਿਹੀ ਗੱਲ ਨਹੀਂ ਸੀ, ਸਿਵਾਏ ਇਸ ਦੇ ਕਿ ਥੈਂਕਸ ਗਿਵਿੰਗ ਡੇ ਸਾਤੋਂ ਮਨਾ ਨਹੀਂ ਹੋਣਾ। ਸੈਕੰਡ ਫੇਜ਼ ਬਸ ਚੱਲ ਰਹੀ ਹੈ ਅਤੇ ਆਉਣ ਵਾਲੀ ਹੈ। ਇਹ ਸੈਕੰਡ ਫੇਜ਼ ਬਹੁਤ ਮਾੜੀ ਹੋਏਗੀ। ਇਸ ਕਰਕੇ ਹੋ ਸਕਦਾ ਅਸੀਂ ਜੇ ਧਿਆਨ ਦਿੰਦੇ ਰਹੀਏ, ਸਾਵਧਾਨ ਰਹੀਏ, ਤਾਂ ਥੈਂਕਸ ਗਿਵਿੰਗ ਤਾਂ ਨਹੀਂ ਸਾਤੋਂ ਮਨਾ ਹੋਣਾ ਅਤੇ ਕ੍ਰਿਸਮਸ ਸ਼ਾਇਦ ਅਸੀਂ ਮਨਾ ਸਕੀਏ। ਇਸ ਤੋਂ ਬਿਨਾਂ ਜੇ ਅਸੀਂ ਦੇਖਦੇ ਹਾਂ ਕਿ ਥਰੋਨ ਸਪੀਚ ਤੋਂ ਲੈ ਕੇ ਪ੍ਰਧਾਨ ਮੰਤਰੀ ਦੀ ਸਪੀਚ ਤੱਕ ਇਹਦੇ ਵਿੱਚੋਂ ਹੋਰ ਬਹੁਤਾ ਕੁਝ ਕੱਢਣ ਪਾਉਣ ਨੂੰ ਹੈ ਨਹੀਂ। ਸੋ ਇਸ ਪੈਂਡੈਮਿਕ ਦਾ ਹੋਕਾ ਦੇ ਕੇ ਹੁਣ ਉਸ ਤੋਂ ਬਾਅਦ ਇੱਕ ਅਪਰਚੁਨਿਟੀ ਵਿਰੋਧੀ ਪਾਰਟੀਜ਼ ਕੋਲ ਜ਼ਰੂਰ ਆ ਗਈ, ਕਿਉਂਕਿ ਇਹ ਜਿਹੜਾ ਫਾਈਨੈਂਸ਼ੀਅਲ ਡਾਕੂਮੈਂਟ ਸਮਝਦਾ ਇਸ ਦੇ ਉੱਤੇ ਜਿਹੜੀ ਥਰੋਨ ਸਪੀਚ ਦੇ ਉੱਤੇ ਵੋਟਾਂ ਪਾ ਕੇ ਜੇ ਚਾਹੁਣ ਤਾਂ ਵਿਰੋਧੀ ਪਾਰਟੀਆਂ ਸਰਕਾਰ ਤੋੜ ਸਕਦੀਆਂ ਨੇ। ਵਿਰੋਧੀ ਪਾਰਟੀਆਂ ਦੀਆਂ ਕਈਆਂ ਦੀਆਂ ਤਾਂ ਆਪਣੀਆਂ ਮਜਬੂਰੀਆਂ ਨੇ ਔਰ ਕਈ ਜਿਹੜੀਆਂ ਹੋਰ ਇਸ ਦਾਅ ਦੇ ਉੱਤੇ ਨੇ ਕਿ ਇਸ ਦਾ ਫਾਇਦਾ ਉਠਾ ਕੇ ਤੇ ਅਸੀਂ ਕੁਛ ਨਾ ਕੁਛ ਹੋਰ ਹਾਸਲ ਕਰ ਸਕੀਏ। ਸੋ ਅੱਗੇ ਚੱਲ ਕੇ ਦੇਖਦੇ ਹਾਂ ਕਿ ਕੀ ਹਾਸਲ ਕਰਦੇ ਨੇ। ਸਭ ਤੋਂ ਪਹਿਲਾਂ ਕੰਜ਼ਰਵੇਟਿਵ ਪਾਰਟੀ ਨੇ ਤਾਂ ਕਹਿ ਦਿੱਤਾ ਕਿ ਅਸੀਂ ਤਾਂ ਇਹਦੇ ਹੱਕ ਵਿੱਚ ਹੀ ਨਹੀਂ। ਦੂਸਰਾ, ਕੰਜ਼ਰਵੇਟਿਵ ਪਾਰਟੀ ਤੋਂ ਬਾਅਦ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਬਲਾਕ ਬਕਵਾ ਵਾਲੇ ਚਾਹੁੰਦੇ ਆ ਕਿ ਸਾਨੂੰ ਇੰਨੇ $1 ਬਿਲੀਅਨ ਹੈਲਥ ਕੇਅਰ ਲਈ ਦੇ ਦਿੱਤਾ ਜਾਏ। NDP ਦੀ ਜਿਹੜੀ ਸਿਚੁਏਸ਼ਨ ਹੈ, ਸਰ ਜਗਮੀਤ ਸਿੰਘ ਹੋਰੀ ਪਹਿਲਾਂ ਵੀ ਝੁਕਾਅ ਰੱਖਦੇ ਸਨ। ਇਲੈਕਸ਼ਨ ਦੇ ਦੌਰਾਨ ਵੀ ਉਹਨਾਂ ਨੇ ਕਿਹਾ ਸੀ ਕਿ ਹੋ ਸਕਦਾ ਸਾਡਾ ਲਿਬਰਲਸ ਦੇ ਨਾਲ ਕਿਸੇ ਕਿਸਮ ਦਾ ਕੋਈ ਐਗਰੀਮੈਂਟ ਹੋ ਜਾਏ। ਉਹ ਤਾਂ ਨਹੀਂ ਹੋ ਸਕਿਆ, ਲੇਕਿਨ ਹੁਣ ਕੀ ਇਹ ਹੋ ਸਕਦਾ ਹੈ, ਸੰਭਾਵਨਾ ਬਣ ਸਕਦੀ ਹੈ। ਔਰ ਦੂਸਰੀ ਗੱਲ ਇਹ ਹੈ ਕਿ ਜੇ ਇਲੈਕਸ਼ਨ ਹੁਣ ਦੁਬਾਰਾ ਹੋ ਜਾਂਦੀ ਹੈ, ਇੱਕ ਤਾਂ ਸਿਆਸੀ ਪਾਰਟੀਆਂ ਕੋਲ ਹੁਣ ਪੈਸੇ ਹੈ ਨਹੀਂ ਬਹੁਤੇ ਇਲੈਕਸ਼ਨ ਲੜਨ ਲਈ। ਦੂਜੀ ਗੱਲ ਇਹ ਆ ਕਿ ਲੋਕ ਵੀ ਨਹੀਂ ਚਾਹੁੰਦੇ ਇਲੈਕਸ਼ਨ। ਲੋਕ ਇਤਰਾਜ਼ ਕਰਨਗੇ ਇਸ ਦੇ ਉੱਤੇ। ਬਹੁਤ ਤਿੱਖਾ ਪ੍ਰਤੀਕਰਮ ਹੋ ਸਕਦਾ ਹੈ ਪਬਲਿਕ ਦਾ ਜੇ ਸਰਕਾਰ ਟੁੱਟਦੀ ਹੈ ਜਾਂ ਜਿਹੜੇ ਵੀ ਤੋੜਦੇ ਨੇ। ਤੀਜਾ, ਜਿਹੜੇ ਜਗਮੀਤ ਸਿੰਘ ਹੋਰੀ ਨੇ ਉਹਨਾਂ ਨੂੰ ਫਿਰ ਦੁਬਾਰਾ ਸਿਰੇ ਤੋਂ ਲੀਡਰ ਬਣਨ ਲਈ ਜਾਂ ਉੱਭਰਨ ਲਈ ਲੀਡਰ ਦੇ ਤੌਰ 'ਤੇ ਫਿਰ ਹੋਰ ਸਟਰਗਲ ਵੱਧ ਕਰਨੀ ਪੈ ਸਕਦੀ ਹੈ। ਔਰ ਜੇ ਉਹਨਾਂ ਦਾ ਏਜੰਡਾ ਲਿਬਰਲ ਪਾਰਟੀ ਵਾਲੇ ਅੱਧਾ ਪਚੱਧਾ ਵੀ ਮੰਨ ਲੈਂਦੇ ਨੇ, ਕੋਈ ਸਮਝੌਤਾ ਹੋ ਜਾਂਦਾ ਹੈ, ਤਾਂ ਫਿਰ ਸਰਕਾਰ ਟੁੱਟਣ ਦੀ ਕੋਈ ਉਮੀਦ ਪ੍ਰਤੀਤ ਨਹੀਂ ਹੁੰਦੀ। ਸਾਡੇ ਟੋਰਾਂਟੋ ਦੇ ਜਿਹੜੇ ਰਿਪੋਰਟਰ ਨੇ ਤਾਬਿਸ਼ ਨਕਵੀ ਜੀ, ਉਹ ਦੱਸਣਗੇ, ਸਾਡੇ ਸਿਸਟਰ ਸਟੇਸ਼ਨ ਟੋਰਾਂਟੋ ਤੋਂ, ਬਰੈਂਪਟਨ ਤੋਂ, ਉਹ ਦੱਸਣਗੇ ਕਿ ਉਹ ਕੀ ਸੋਚਦੇ ਨੇ ਇਸ ਬਾਰੇ ਅਤੇ ਉਹਨਾਂ ਦਾ ਐਨਾਲਿਸਿਸ ਕੀ ਹੈ। ਤਾਬਿਸ਼ ਜੀ, ਜੀ ਆਇਆਂ ਨੂੰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ। ਗੁੱਡ ਮੋਰਨਿੰਗ ਤਿੰਨ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ। ਮੈਂ ਤੁਹਾਡੀ ਗੱਲਾਂ ਸੁਣ ਰਿਹਾ ਸੀਗਾ। ਵੈਸੇ ਆਲਮੋਸਟ ਤੁਸੀਂ ਇਹਦਾ ਬੜਾ ਖੂਬਸੂਰਤ ਅਤੇ ਜਿਹੜਾ ਸਹੀ ਨਿਚੋੜ ਹੈ ਤੁਸੀਂ ਉਹ ਪੇਸ਼ ਕਰ ਹੀ ਦਿੱਤਾ ਕਿ ਬੇਸਿਕਲੀ ਇਹ ਜਿਹੜੀ ਥਰੋਨ ਸਪੀਚ ਹੈ, ਇਸ 'ਚ ਕੁਛ ਵੀ ਬਹੁਤਾ ਨਵਾਂ ਹੈ ਹੀ ਨਹੀਂ। ਇਹਦੇ ਵਿੱਚ ਸਿਰਫ ਵੱਡੇ ਵੱਡੇ ਵਾਅਦੇ ਨੇ, ਜਿਹੜੀ ਆਲਰੇਡੀ ਚੀਜ਼ਾਂ ਸਰਕਾਰ ਨੇ ਸ਼ੁਰੂ ਕੀਤੀਆਂ ਨੇ, ਕਿ ਚਾਹੇ ਉਹ ਵੇਜ ਸਬਸਿਡੀ ਦੀ ਐਕਸਟੈਂਸ਼ਨ ਹੋਵੇ ਜਾਂ ਉਹਨਾਂ ਨੇ ਹੋਰ ਜਿਹੜੀ ਐਲਾਨ ਕੀਤੇ ਨੇ, ਵਾਅਦੇ ਕੀਤੇ ਨੇ, ਤੇ ਉਹਨਾਂ ਨੂੰ ਹੀ ਕੰਟੀਨਿਊ ਕਰਨ ਦੀ ਇਹਦੇ ਵਿੱਚ ਗੱਲਾਂ ਕੀਤੀਆਂ ਗਈਆਂ ਨੇ। ਤੇ ਮੇਨ ਗੱਲ ਉਹਨਾਂ ਨੇ ਜਿਹੜੀ ਮੈਨੂੰ ਲੱਗਦਾ ਕਿ ਦੁਬਾਰੇ ਦੁਹਰਾਈ ਹੈ ਆਪਣੇ ਵੱਲੋਂ ਕਿ ਵੀ ਇਹ ਕੋਈ ਆਸਟੈਰਿਟੀ ਦਾ ਟਾਈਮ ਨਹੀਂ ਹੈ, ਕੋਈ ਵਿੱਤੀ ਸੰਜਮ ਦਾ ਜਾਂ ਹੱਥ ਘੁੱਟ ਕੇ ਖਰਚ ਕਰਨ ਦਾ ਸਮਾਂ ਨਹੀਂ ਹੈ, ਪੂਰਾ ਫਰਾਗ ਦਿਲੀ ਦਾ ਸਮਾਂ। ਪਰ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਵੀ ਆਪਣੇ ਸਰਕਾਰਾਂ ਕੋਲੇ ਜਾਂ ਜਿਸ ਤਰੀਕੇ ਦੀ ਫਿਸਕਲ ਸਿਚੁਏਸ਼ਨ ਹੈ ਆਪਣੀ ਸਰਕਾਰ ਦੀ ਇਸ ਟਾਈਮ, ਮੁਲਕ ਦੀ ਇਕੋਨਮੀ ਦੀ ਜੋ ਸਿਚੁਏਸ਼ਨ ਹੈ, ਕਿ ਇਹ ਅਲਾਓ ਕਰਦੀ ਹੈ ਆਪਾਂ ਨੂੰ ਕਿ ਆਪਾਂ ਹੋਰ ਇਸ ਤਰੀਕੇ ਦੇ ਖਰਚੇ ਅੱਗੇ ਕਰੀਏ, ਕਿੰਨੇ ਚਿਰ ਕੰਟੀਨਿਊ ਕਰ ਸਕਦੇ ਹਾਂ। ਕਿਉਂਕਿ ਜਿਹੜਾ ਬਜਟ, ਪਾਰਲੀਮੈਂਟਰੀ ਬਜਟ ਆਫਿਸ ਹੈ, ਉਹ ਪਹਿਲਾਂ ਹੀ ਕਰੀਬ $350 ਬਿਲੀਅਨ ਦਾ ਡੈਫਿਸਿਟ ਉਹ ਅਨੁਮਾਨ ਲਗਾ ਚੁੱਕਿਆ ਹੈ। ਤੇ ਜਿਹੜੇ ਉਹਨੇ ਨਵੇਂ ਪਲਾਨਸ ਆਉਣਗੇ, ਕਿਸ ਤਰੀਕੇ ਦੇ ਹੋਣਗੇ, ਕਿੱਦਾਂ ਦੀ ਹੋ ਪਾਉਣਗੇ ਜਾਂ ਨਹੀਂ ਹੋ ਪਾਉਣਗੇ। ਤੇ ਜਿਹੜੀ ਹੋਰ ਜਿਹੜੀਆਂ ਇਹਦੇ ਵਿੱਚ ਕੁਝ ਨਵੀਆਂ ਗੱਲਾਂ ਜਾਂ ਕਹੀਏ ਕਿ ਥੋੜਾ ਜਿਹਾ ਸ਼ਬਦਾਂ ਦਾ ਹੇਰ ਫੇਰ ਕੀਤਾ ਹੈ, ਜਿੱਦਾਂ ਕਿ ਵੀ ਪਹਿਲਾਂ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਮਿਲਟਰੀ ਡਿਪਲੋਏ ਕੀਤੀ ਗਈ ਸੀ ਅਸਿਸਟ ਕਰਨ ਲਈ। ਹੁਣ ਉਹ ਕਹਿੰਦੇ ਕਿ ਅਸੀਂ ਰਿਸਪੌਂਸ ਟੀਮ ਜਿਹੜੀ ਆ ਉਹ ਕੋਈ ਪੈਦਾ ਕਰਾਂਗੇ ਤੇ 1 ਮਿਲੀਅਨ ਜੌਬਸ ਜਿਹੜੀਆਂ ਨੇ ਉਹ ਨਵੀਆਂ ਕ੍ਰੀਏਟ ਕੀਤੀਆਂ ਜਾਣਗੀਆਂ। ਕਲਾਈਮੇਟ ਚੇਂਜ ਨੂੰ ਲੈ ਕੇ ਵੀ ਕੁਝ ਵਾਅਦੇ ਹੈਗੇ ਨੇ ਇਹਦੇ ਵਿੱਚ। ਤੇ ਫਿਰ ਨੈਸ਼ਨਲ ਜਿਹੜਾ ਕਿ ਚਾਈਲਡ ਕੇਅਰ ਹੈ, ਕਿ ਵੀ ਇੱਕ ਬੜੇ ਪਿਛਲੇ ਮੈਨੂੰ ਲੱਗਦਾ ਕਿ ਵੀ 50 ਸਾਲ ਤੋਂ ਹੀ ਇਹ ਮੌਜੂਦ ਚੱਲ ਰਿਹਾ ਕੈਨੇਡਾ ਦੇ ਵਿੱਚ ਕਿ ਵੀ ਚਾਈਲਡ ਕੇਅਰ ਇੱਕ ਨੇਸ਼ਨ ਵਾਈਡ ਕੋਈ ਉਹਦੀ ਸਸਟੇਨੇਬਿਲਿਟੀ ਹੋਣੀ ਚਾਹੀਦੀ ਹੈ। ਤੇ ਉਹ ਦੁਬਾਰਾ ਦੁਹਰਾ ਦਿੱਤਾ ਗਿਆ। ਹਰ ਇਲੈਕਸ਼ਨ ਦੇ ਵਿੱਚ ਹਰ ਪਾਰਟੀ ਇਹਨੂੰ ਕਰਨ ਦੀ ਗੱਲ ਕਰਦੀ ਹੈ, ਪਰ ਕਦੇ ਸਿਰੇ ਨਹੀਂ ਚੜਿਆ। ਤੇ ਫਿਰ ਇੱਕ ਵਾਰੀ ਵਾਅਦਾ ਕੀਤਾ ਗਿਆ।
ਮੈਨੂੰ ਇਹ ਲੱਗਦਾ ਸਿੰਘ ਸਾਹਿਬ ਕਿ ਜਿੱਦਾਂ ਗਵਰਨਮੈਂਟ ਵੀ ਇਸ ਚੀਜ਼ ਲਈ ਕਿਤੇ ਨਾ ਕਿਤੇ ਪ੍ਰੀਪੇਅਰਡ ਹੋਊਗੀ ਕਿ ਜੇ ਤਾਂ ਸਪੋਰਟ ਮਿਲ ਗਈ ਤਾਂ ਇਹ ਇੱਕ ਥਰੋਨ ਸਪੀਚ ਹੋ ਗਈ, ਪਰ ਅਦਰਵਾਈਜ਼ ਇਹਨੂੰ ਇੱਕ ਇਲੈਕਸ਼ਨ ਮੈਨੀਫੈਸਟੋ ਦੇ ਤੌਰ ਤੇ ਵੀ ਦੇਖ ਸਕਦੇ ਹਾਂ ਕਿ ਵੀ ਜੇ ਕਿਤੇ ਇਲੈਕਸ਼ਨ ਹੁੰਦੇ ਨੇ ਤਾਂ ਲਿਬਰਲ ਸਰਕਾਰ ਕੋਲੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਪਲਾਨਸ ਨੇ, ਇਹ ਉਹਨੂੰ ਵੀ ਹਾਈਲਾਈਟ ਕਰ ਰਿਹਾ ਜੀ ਇਹ ਜਿਹੜੀ ਥਰੋਨ ਸਪੀਚ ਹੈ। ਓਪੋਜੀਸ਼ਨ ਪਾਰਟੀਜ਼ ਜਿੱਦਾਂ ਤੁਸੀਂ ਕਿਹਾ ਕਿ ਕੋਈ ਬਹੁਤੇ ਉਹਨਾਂ ਨੂੰ ਹੁੰਗਾਰਾ ਨਹੀਂ ਭਰਿਆ ਕੋਈ ਪੋਜ਼ੀਟਿਵ, ਜਿਵੇਂ ਉਹ ਟੂਲ ਤਾਂ ਪਹਿਲਾਂ ਹੀ ਜਦੋਂ ਵਿਚਾਰੇ ਉਹਨਾਂ ਦਾ ਖੁਦ ਦਾ ਕੋਵਿਡ ਟੈਸਟ ਆਇਆ ਸੀ ਤੇ ਉਹਨਾਂ ਨੇ ਆਟੋਵਾ ਦੇ ਵਿੱਚ ਲੰਬੀਆਂ ਲਾਈਨਾਂ 'ਚ ਲੱਗੇ ਰਹੇ ਤੇ ਉਹਨਾਂ ਨੇ ਕਿਹਾ ਸੀ ਕਿ ਵੀ ਜਦੋਂ ਹੋਰ ਜਿੰਨੇ ਵੀ ਕੰਟਰੀਜ਼ ਨੇ, ਚਾਹੇ ਜਾਪਾਨ ਹੈ, ਚਾਹੇ ਆਪਣਾ ਅਮਰੀਕਾ ਹੈ, ਜਿੱਥੋਂ ਆਪਾਂ ਇੰਟੈਲੀਜੈਂਸ ਸ਼ੇਅਰ ਕਰਦੇ ਹਾਂ, ਤੇ ਜੇ ਉਹਨਾਂ ਤੋਂ ਆਪਾਂ ਇੰਟੈਲੀਜੈਂਸ ਸ਼ੇਅਰ ਕਰ ਸਕਦੇ ਹਾਂ ਤੇ ਉਹਨਾਂ ਤੋਂ ਆਪਾਂ ਰੈਪਿਡ ਟੈਸਟ ਕਿਟ ਕਿਉਂ ਨਹੀਂ ਸ਼ੇਅਰ ਕਰ ਸਕਦੇ, ਕਿਉਂ ਨਹੀਂ ਲੈ ਸਕਦੇ, ਹੈ ਨਾ। ਤੇ ਉਹਨਾਂ ਨੂੰ ਉਮੀਦ ਸੀ ਕਿ ਵੀ ਇੱਦਾਂ ਦਾ ਕੁਝ ਸ਼ਾਇਦ ਕੋਈ ਟੈਸਟਿੰਗ ਨਾਲ ਰਿਲੇਟਡ ਕੋਈ ਰੈਪਿਡ ਟੈਸਟ ਕਿਟ ਤੋਂ ਕੋਈ ਗੱਲਬਾਤ ਹੋਊਗੀ, ਕੁਝ ਉਹਨੂੰ ਇੰਡੀਕੇਟ ਕੀਤਾ ਜਾਊਗਾ ਜਾਂ ਹੈਲਥ ਕੈਨੇਡਾ ਨੂੰ ਅਪਰੂਵ ਕਰਨ ਲਈ ਕੁਝ ਇੱਦਾਂ ਦਾ, ਚਾਹੇ ਡਾਇਰੈਕਟਲੀ ਇਨਡਾਇਰੈਕਟਲੀ ਮੈਂਸ਼ਨ ਹੋਊਗਾ, ਪਰ ਸਿਰਫ ਟੈਸਟਿੰਗ ਵਧਾਉਣ ਲਈ ਹਲਕੀ ਫੁਲਕੀ ਜੀ ਗੱਲ ਕੀਤੀ ਗਈ ਹੈ ਕਿ ਵੀ ਕਿੱਦਾਂ ਉਹ ਕਰਨਗੇ, ਕਿ ਵੀ ਆਪਣਾ ਪ੍ਰੋਵਿੰਸਿਸ ਨੂੰ ਮਦਦ ਕੀਤੀ ਜਾਊਗੀ ਟੈਸਟਿੰਗ ਕੈਪੈਸਿਟੀ ਵਧਾਉਣ ਦੀ। ਪਰ ਇਸ ਕਰਕੇ ਜਿਹੜੀ ਓਪੋਜੀਸ਼ਨ ਪਾਰਟੀ ਹੈ ਉਹ ਵੀ ਤਿਆਰ ਨਹੀਂ। ਜਿਹੜੀ ਡਿਪਟੀ ਲੀਡਰ ਨੇ ਕੰਜ਼ਰਵੇਟਿਵ ਪਾਰਟੀ ਦੇ, ਉਹਨਾਂ ਨੇ ਵੀ ਕਿਹਾ ਸੀ ਕਿ ਆਪਣਾ ਅਸੀਂ ਤਾਂ ਇਲੈਕਸ਼ਨ ਲਈ ਬਿਲਕੁਲ ਤਿਆਰ ਹਾਂ, ਕਿਉਂਕਿ ਇਹਦੇ ਵਿੱਚ ਜਿਹੜੀ ਥਰੋਨ ਸਪੀਚ ਹੈ ਨਾ ਕੋਈ ਐਨਰਜੀ ਸੈਕਟਰ ਦੀ ਗੱਲ ਕੀਤੀ ਗਈ, ਨਾ ਕੋਈ ਐਗਰੀਕਲਚਰ ਦੀ, ਕੋਈ ਫਿਸਕਲ ਫਰੇਮਵਰਕ ਨਹੀਂ ਦਿੱਤਾ ਗਿਆ। ਤੇ ਉਹਨਾਂ ਨੇ ਕਿਹਾ ਕਿ ਪ੍ਰਾਈਮ ਮਿਨਿਸਟਰ ਇਹ ਨਹੀਂ ਸਮਝਦੇ ਕਿ ਜਿਹੜਾ ਕਰਜ਼ਾ ਹੁੰਦਾ ਹੈ ਕੋਈ ਸਰਕਾਰਾਂ ਦਾ ਕਰਜ਼ਾ ਨਹੀਂ ਹੁੰਦਾ, ਸਗੋਂ ਇਹ ਲੋਕਾਂ ਦਾ ਕਰਜ਼ਾ ਹੁੰਦਾ, ਕਿਉਂਕਿ ਲੋਕਾਂ ਨੇ ਕਿਤੇ ਅੱਗੇ ਜਾ ਕੇ ਭਵਿੱਖ 'ਚ ਉਹਨੂੰ ਰੀਪੇ ਕਰਨਾ। ਤੇ ਆਪਣਾ ਬਲਾਕ ਵਾਲੇ ਵੀ ਉਹਨਾਂ ਨੇ ਵੀ ਆਪਣੀ ਸ਼ਰਤ ਰੱਖ ਦਿੱਤੀ ਹੈ ਕਿ ਵੀ ਜੇ ਤੁਸੀਂ ਅਨਕੰਡੀਸ਼ਨਲ ਟਰਾਂਸਫਰ ਕਰੋਗੇ ਪ੍ਰੋਵਿੰਸਿਸ ਨੂੰ ਹੈਲਥ ਕੇਅਰ ਦੇ ਵਿੱਚ ਤਾਂ ਅਸੀਂ ਤੁਹਾਨੂੰ ਸਪੋਰਟ ਕਰ ਸਕਦੇ ਹਾਂ। ਤੇ ਇੱਕ ਹਫ਼ਤੇ ਦਾ ਸਮਾਂ ਲਿੱਤਾ, ਕਿਉਂਕਿ ਉਹਨਾਂ ਨੂੰ ਸ਼ਾਇਦ ਉਮੀਦ ਹੈ ਕਿ ਇੱਕ ਹਫ਼ਤੇ ਦੇ ਅੰਦਰ ਜਿਹੜੀ ਕੌਨਫੀਡੈਂਸ ਵੋਟ ਹੈ ਉਹ ਹੋ ਜਾਏਗੀ, ਪਰ ਉਹਨਾਂ ਨੇ ਵੀ ਇੱਕ ਤਰੀਕੇ ਨਾਲ ਨਾ ਪੱਖੀ ਉਹਨਾਂ ਦਾ ਨਜ਼ਰੀਆ। ਹੁਣ NDP ਕੋਲ ਉਹਨਾਂ ਨੇ, ਕੱਲ ਮੈਂ ਜਗਮੀਤ ਸਿੰਘ ਦਾ ਵੀ ਸੁਣਦਾ ਸੀ ਜੀ, ਨਾ ਤਾਂ ਉਹਨਾਂ ਨੇ ਸਹੀ ਹਾਂ ਕੀਤੀ ਹੈ ਕਿ ਉਹ ਕਰਨਗੇ ਜਾਂ ਨਹੀਂ ਕਰਨਗੇ, ਇੱਕ ਤਰੀਕੇ ਨਾਲ ਭੰਬਲ ਭੂਸਾ ਜਿਹਾ ਰੱਖਿਆ, ਆਪਣੀਆਂ ਸ਼ਰਤਾਂ ਰੱਖੀਆਂ ਨੇ ਉਹੀ ਕਿ ਵੀ ਇੰਪਲੋਇਮੈਂਟ ਇੰਸ਼ੋਰੈਂਸ ਜਾਂ ਸਰਬ ਦੋਵਾਂ 'ਚੋਂ ਜਿਹੜੀ ਡਾਇਰੈਕਟ ਪੇਮੈਂਟ ਹੈਗੀ ਹੈ ਕੈਨੇਡੀਅਨਸ ਨੂੰ ਉਹਨੂੰ ਜਾਰੀ ਰੱਖਿਆ ਜਾਵੇ, ਜਾਂ ਉਹਦੇ ਵਿੱਚ ਕੁਝ ਚਾਹੇ ਨਾਮ ਬਦਲ ਦਿਓ ਪਰ ਲੋਕਾਂ ਨੂੰ ਪੈਸੇ ਦਿਓ, ਤੇ ਪੇਡ ਸਿਕ ਡੇ ਦਾ ਮੁੱਦਾ। ਪਰ ਅੱਜ ਸਵੇਰੇ ਦਿਨ ਸਾਹਿਬ ਸਾਡੀ ਜਿਹੜੇ ਸੀਨੀਅਰ ਮਿਨਿਸਟਰ ਰਹੇ ਨੇ ਹਰਿੰਦਰ ਤੱਖੜ, ਉਹਨਾਂ ਨਾਲ ਗੱਲਬਾਤ ਹੋ ਰਹੀ ਸੀ ਥਰੋਨ ਸਪੀਚ ਬਾਰੇ। ਉਹਨਾਂ ਨੇ ਵੀ ਕਿਹਾ ਕਿ NDP ਕੋਲੇ ਹੋਰ ਕੋਈ ਚਾਰਾ ਹੈ ਨਹੀਂ, ਹੁਣ ਉਹਨਾਂ ਨੇ ਸਪੋਰਟ ਅਲਟੀਮੇਟਲੀ ਉਹਨਾਂ ਨੂੰ ਕਰਨਾ ਹੀ ਪੈਣਾ, ਕਿਉਂਕਿ ਉਹ ਇਸ ਪੋਜੀਸ਼ਨ 'ਚ ਨਹੀਂ ਹੈਗੇ ਕਿ ਜੇ ਉਹ ਸਪੋਰਟ ਨਹੀਂ ਕਰਦੇ ਤਾਂ ਇਲੈਕਸ਼ਨ ਹੁੰਦੇ ਨੇ, ਕੋਈ ਫਾਇਦਾ ਨਹੀਂ ਹੋਣਾ। ਮਾਫੀ ਚਾਹੁੰਦਾ ਮੈਂ ਤੁਹਾਨੂੰ ਇੰਟਰਪਟ ਕਰ ਰਿਹਾ ਬਾਈ ਜੀ। ਦੂਸਰੀ ਹੁਣੇ ਜਿਹੜੀ ਖਬਰ ਆ ਰਹੀ ਹੈ, ਜਗਮੀਤ ਸਿੰਘ ਹੋਰਾਂ ਨੇ ਇਹ ਟਵੀਟ ਕੀਤਾ ਕਿ CERB ਜਿਹੜਾ ਸਰਵਾ ਉਹ ਐਂਡ ਹੋ ਜਾਣਾ, ਜੇ ਲਿਬਰਲ ਸਰਕਾਰ ਆਪਣਾ ਪਲਾਨ ਸੀ ਇਸ ਨੂੰ ਖਤਮ ਕਰਨ ਦਾ ਰਿਵਰਸ ਕਰ ਲਵੇ ਤਾਂ ਅਸੀਂ ਉਹਨਾਂ ਦੀ ਲੈਜਿਸਲੇਸ਼ਨ ਦੀ ਸਪੋਰਟ ਕਰ ਸਕਦੇ ਹਾਂ ਤੇ ਨਾਲ ਉਹ ਪੇਡ ਸਿਕ ਲੀਵ ਦੇ ਦੇਣ, ਫਿਰ ਅਸੀਂ ਉਹਨਾਂ ਦੀ ਸਪੋਰਟ ਕਰ ਸਕਦੇ ਹਾਂ। ਤੁਹਾਨੂੰ ਲੱਗਦਾ ਵੀ ਉਹ ਕਰ ਲੈਣਗੇ, ਮੰਨ ਲੈਣਗੇ? ਮੇਰੇ ਖਿਆਲ ਨਾਲ ਜੀ ਦੇਖੋ, ਜਗਮੀਤ ਸਿੰਘ ਨੇ ਅੱਜ ਹੁਣ ਜਿਵੇਂ ਤੁਸੀਂ ਦੱਸਿਆ ਰੀਸੈਂਟਲੀ ਟਵੀਟ ਕੀਤਾ, ਇਸ ਤੋਂ ਪਹਿਲਾਂ ਇਹਨਾਂ ਨੇ ਇਹ ਕਿਹਾ ਸੀ ਕਿ ਵੀ ਮੈਨੂੰ ਇਸ ਦੇ ਨਾਮ ਤੋਂ ਫਰਕ ਨਹੀਂ ਪੈਂਦਾ ਕਿ ਉਹ ਨਾਮ ਕੀ ਰੱਖਦੇ ਨੇ, ਕਿ ਕੋਈ ਰਿਕਵਰੀ ਬੈਨੀਫਿਟ ਰੱਖਣ ਜਾਂ ਰਿਸਪੌਂਸ ਬੈਨੀਫਿਟ ਰੱਖਣ ਜਾਂ ਇੰਪਲੋਇਮੈਂਟ ਇੰਸ਼ੋਰੈਂਸ, ਪੈਸੇ ਮਿਲਦੇ ਰਹਿਣ। ਇਹਨਾਂ ਨੂੰ ਹੈ ਕਿ ਬਸ ਪੈਸੇ ਮਿਲਦੇ ਰਹਿਣ। ਤੇ ਹੁਣ ਵਾਅਦਾ ਤਾਂ ਲਿਬਰਲ ਸਰਕਾਰ ਨੇ ਕਰਤਾ ਕਿ ਅਸੀਂ ਪੈਸੇ ਦੇਵਾਂਗੇ, ਕੁਝ ਇਹਦੇ ਵਿੱਚ ਚੇਂਜਸ ਕਰਨਗੇ, ਹੁਣ ਵਾਅਦੇ ਨੇ ਜੀ। ਹੁਣ ਜਦੋਂ ਟੇਬਲ ਹੋਊਗਾ, ਲੈਜਿਸਲੇਸ਼ਨ ਆਊਗਾ ਕਿ ਉਹਦੇ ਵਿੱਚ ਕੀ ਅਮੈਂਡਮੈਂਟਸ ਦੀ ਗੁੰਜਾਇਸ਼ ਹੈ, ਕਿੰਨੀ ਕੁ NDP ਨੂੰ ਅਕੋਮੋਡੇਟ ਕਰਨਗੇ, ਤਾਂ ਹੁਣ ਇਹ ਹੁਣ ਆਉਣ ਵਾਲਾ ਜਿਹੜਾ ਟਾਈਮ ਹੈ ਹੁਣ ਅੱਜ ਤੋਂ ਸਿਲਸਿਲਾ ਸ਼ੁਰੂ ਹੋ ਗਿਆ ਜਿਹਦੇ ਵਿੱਚ ਪਤਾ ਲੱਗੇਗਾ। ਬਹੁਤ ਬਹੁਤ ਮਿਹਰਬਾਨੀ ਤਾਬਿਸ਼ ਨਕਵੀ ਜੀ, ਸ਼ੁਕਰੀਆ। ਥੈਂਕ ਯੂ ਜੀ। ਤਾਬਿਸ਼ ਨਕਵੀ ਸਾਡੇ ਸਿਸਟਰ ਸਟੇਸ਼ਨ ਹੈ ਜਿਹੜਾ ਟੋਰਾਂਟੋ ਦਾ ਰੈਡ FM, ਉਸ ਦੇ ਬਹੁਤ ਕਾਬਲ ਫੀਲਡ ਰਿਪੋਰਟਰ ਹਨ। ਹੁਣ ਜਿਹੜੀ ਇਹ ਟਵੀਟ ਆਈ ਹੈ ਜਗਮੀਤ ਸਿੰਘ ਹੋਰਾਂ ਦੀ, ਇਸ ਟਵੀਟ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਜੇ ਤੁਸੀਂ ਸਰਬ ਨੂੰ ਅੱਜ, ਕਿਉਂਕਿ ਸਰਬ ਖਤਮ ਹੋ ਜਾਣਾ ਅੱਜ, ਜੇ ਸਰਬ ਨੂੰ ਦੁਬਾਰਾ ਫਿਰ ਚਾਲੂ ਰੱਖਦੇ ਹੋ, ਸਰਬ ਦੇ ਪੈਸੇ ਮਿਲਦੇ ਰਹਿਣ ਅਤੇ ਪੇਡ ਸਿਕ ਲੀਵ ਦਿੰਦੇ ਹੋ ਤਾਂ ਅਸੀਂ ਤੁਹਾਨੂੰ ਸਪੋਰਟ ਕਰਾਂਗੇ, ਫਿਰ ਸਰਕਾਰ ਟੁੱਟਣ ਨਹੀਂ ਦਿੰਦੇ ਭਾਵ। ਹੁਣ ਇਹ ਜਿਹੜਾ ਟਵੀਟ ਨੂੰ ਇਹਨੂੰ ਇਸ ਤਰ੍ਹਾਂ ਸੁਪਰਫਿਸ਼ਲ ਲੈਵਲ 'ਤੇ ਨਾ ਲਿਆ ਜਾਵੇ, ਕਿਉਂਕਿ ਆਮ ਤੌਰ 'ਤੇ ਸਿਆਸੀ ਬੰਦਿਆਂ ਦੇ ਜਿਹੜੀਆਂ ਟ੍ਰਿਕਸ ਅਤੇ ਤਿਗੜਮਬਾਜ਼ੀਆਂ ਹੁੰਦੀਆਂ ਨਾ, ਉਹ ਸਮਝਣ ਵਾਲੀਆਂ ਹੁੰਦੀਆਂ ਕਿ ਖਬਰ ਦੇ ਪਿੱਛੇ ਕੀ ਖਬਰ ਹੈ। ਜ਼ਰੂਰ ਕੋਈ ਗੱਲਬਾਤ ਚੱਲ ਰਹੀ ਹੈ ਔਰ ਕਿਸੇ ਨੂੰ ਕਿਸੇ ਹੱਦ ਤੱਕ ਉਹਨਾਂ ਨੂੰ ਸੰਭਾਵਨਾ ਬਣਦੀ ਲੱਗਦੀ ਹੈ ਕਿ ਇਹ ਫੈਸਲਾ ਹੋ ਜਾਣਾ। ਜਸਟਿਨ ਟਰੂਡੋ ਹੋਰਾਂ ਕੋਲ ਵੀ ਹੋਰ ਕੋਈ ਚਾਰਾ ਪ੍ਰਤੀਤ ਨਹੀਂ ਹੁੰਦਾ, ਉਹ ਤਾਂ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਅਸੀਂ ਪੈਸੇ ਤਾਂ ਦੇਣੇ ਹੀ ਦੇਣੇ ਨੇ, ਭਾਵੇਂ ਉਹਦਾ ਨਾਂ EI ਹੋਵੇ, ਭਾਵੇਂ ਉਹਦਾ ਨਾਂ ਜੋ ਮਰਜ਼ੀ, ਉਹ ਰਿਕਵਰੀ ਰੱਖ ਲੈਣ, ਜੋ ਮਰਜ਼ੀ ਰੱਖ ਲੈਣ। ਔਰ ਪਰ ਜਿਹੜਾ $2000 ਸੀ ਸਰਬ ਦਾ,
ਉਹ EI ਦੇ ਰੂਪ ਦੇ ਵਿੱਚ $1600 ਮਿਲਿਆ ਕਰਨਾ ਔਰ ਨਾਲ ਉਹ ਕਹਿੰਦੇ ਕਿ ਸਿੱਕ ਲੀਵ ਦੇ ਦੇਣ ਅਤੇ ਫਿਰ ਉਸ ਤੋਂ ਬਾਅਦ ਜਗਮੀਤ ਸਿੰਘ ਖੁਸ਼ ਨੇ ਜੇ ਜਗਮੀਤ ਸਿੰਘ ਖੁਸ਼ ਨੇ ਤਾਂ NDP ਉਹਨਾਂ ਦੇ ਨਾਲ ਆ ਜਾਏਗੀ ਬਾਕੀ 2 ਪਾਰਟੀਆਂ ਜੇ ਨਹੀਂ ਵੀ ਆਉਂਦੀਆਂ ਤਾਂ ਉਹਨਾਂ ਦਾ ਕੰਮ ਚੱਲਦਾ ਰਹੇਗਾ ਇਸ ਤਰ੍ਹਾਂ ਹੋ ਸਕਦਾ ਹੈ ਇਸ ਦੀ ਸੰਭਾਵਨਾ ਲੱਗਦਾ ਹੈ ਕਿ ਜੇ ਉਹਨਾਂ ਨੇ ਟਵੀਟ ਕੀਤਾ ਤਾਂ ਫਿਰ ਉਹ ਕਹਿਣਗੇ ਦੇਖਿਆ ਮੇਰੀ ਮੰਗ ਮੰਨੀ ਗਈ ਦਰਅਸਲ ਮੰਗ ਪਹਿਲਾਂ ਹੀ ਸਿੰਪੈਥੈਟਿਕ ਤਰੀਕੇ ਨਾਲ ਡਿਸਕਸ ਹੋ ਚੁੱਕੀ ਹੈ ਇਹਨੂੰ ਇਸ ਤਰ੍ਹਾਂ ਹੀ ਕਹਿੰਦੇ ਆ ਕਿ ਹਮਦਰਦੀ ਨਾਲ ਗੱਲਬਾਤ ਸੁਣੀ ਅਤੇ ਹਮਦਰਦੀ ਭਰੇ ਵਿਚਾਰ ਪ੍ਰਗਟ ਕੀਤੇ ਗਏ ਉਸ ਦਾ ਮਤਲਬ ਇਹ ਹੁੰਦਾ ਕਿ ਲੱਗਦਾ ਕਿ ਇਹ ਗੱਲ ਬਣ ਜਾਏਗੀ ਸੋ ਦੇਖਦੇ ਹਾਂ ਅੱਗੇ ਚੱਲ ਕੇ ਕਿ ਕੀ ਹੁੰਦਾ ਲੇਕਿਨ ਸਰਕਾਰ ਟੁੱਟਣ ਦੇ ਆਸਾਰ ਪ੍ਰਤੀਤ ਨਹੀਂ ਹੁੰਦੇ ਕਿਉਂਕਿ ਪਬਲਿਕ ਦਾ ਪ੍ਰਤੀਕਰਮ ਤੁਸੀਂ ਦੇਖ ਰਹੇ ਹੋ ਬ੍ਰਿਟਿਸ਼ ਕੋਲੰਬੀਆ ਦੇ ਵਿੱਚ COVID-19 ਦੇ ਐਨ ਜ਼ੋਰ 'ਚ ਜਦੋਂ ਹਰ ਰੋਜ਼ ਅਸੀਂ ਖਬਰਾਂ ਦੇ ਰਹੇ ਹਾਂ ਹਰ ਰੋਜ਼ ਵੱਖ-ਵੱਖ ਸਕੂਲਾਂ ਦੇ ਵਿੱਚ COVID-19 ਦੇ ਨਾਲ ਬੱਚੇ ਬਿਮਾਰ ਹੋ ਰਹੇ ਹਨ ਔਰ ਉਹਨਾਂ ਦਿਨਾਂ ਦੇ ਵਿੱਚ ਇਲੈਕਸ਼ਨ ਕਰਾ ਦੇਣਾ ਲੋਕਾਂ ਦੇ ਬਿਲਕੁਲ ਦਿਲ 'ਚ ਛੁਰਾ ਮਾਰਨ ਵਾਲੀ ਗੱਲ ਹੈ ਔਰ ਜਿਨ੍ਹਾਂ ਦੇ ਲਖਤੇ ਜ਼ਿਗਰ ਬਿਮਾਰ ਪਏ ਨੇ ਉਹਨਾਂ ਨੂੰ ਵੋਟਾਂ ਸੁੱਝਦੀਆਂ ਨੇ Thank you for listening to another Red FM podcast. Don't forget to hit subscribe and check out our Red FM Canada YouTube channel. For further info, log on to our Red FM social media platforms or visit redfm.ca.